Good morning, students. We already start unit number 10, haloalkanes and haloarenes. So today we will discuss the chemical properties of haloalkanes. So under the chemical properties of haloalkane, we discuss some basic concepts about optical activity and optical isomers. So stereochemistry play an important role in nucleophilic substitution reaction. For example, we already discussed in SN2 mechanism there is inversion of configuration, and in SN1 there is inversion as well as a retention of configuration occurs. So let us discuss some important terms of optical active or optically isomerism topic concept. So what is plane polarized light and optical activity? ਇਹ ਸਾਡੇ ਕੋਲ ਨਾਰਮਲ ਲਾਈਟ ਹੈ ਜਿਹਦਾ ਸੋਰਸ ਆਫ ਲਾਈਟ ਹੈ। ਜਦੋਂ ਇਹਨੂੰ ਨਾਈਕੋਲ ਪ੍ਰਿਜ਼ਮ ਪੋਲਰਾਈਜ਼ਰ ਦੇ ਵਿੱਚ ਦੀ ਪਾਸ ਆਊਟ ਕਰਾਇਆ ਤਾਂ ਸਾਡੇ ਕੋਲੇ ਇਹ ਇੱਕ ਪਲੇਨ ਦੇ ਵਿੱਚ ਲਾਈਟ ਆ ਗਈ। ਸੋ ਇਹ ਸਾਰੇ ਪਾਸੇ ਨੂੰ ਚੱਲ ਰਿਹਾ ਸੋਰਸ ਆਫ ਲਾਈਟ ਆ, ਸਾਰੇ ਪਾਸੇ ਨੂੰ ਸਾਡੇ ਕੋਲ ਨਾਰਮਲ ਲਾਈਟ ਹੈ ਜਿਹੜੀ ਉਹ ਸਪਰੈਡ ਹੁੰਦੀ ਹੈ। ਬਟ ਵੈਨ ਵੀ ਪਾਸ ਥਰੂ ਅ ਨਾਈਕੋਲ ਪ੍ਰਿਜ਼ਮ, ਇਹ ਇੱਕ ਸਪੈਸ਼ਲ ਟਾਈਪ ਦੀ ਪ੍ਰਿਜ਼ਮ ਹੈ, ਕ੍ਰਿਸਟਲਾਈਨ ਕੈਲਸ਼ੀਅਮ ਕਾਰਬੋਨੇਟ ਦੀ ਬਣੀ ਹੋਈ ਹੈ। ਸੋ ਇਹ ਸਾਡੇ ਕੋਲ ਲਾਈਟ ਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਕਰ ਦਿੰਦੀ ਹੈ। ਸੋ ਦੈਟ ਰੇ ਇਜ਼ ਕਾਲਡ ਪਲੇਨ ਪੋਲਰਾਈਜ਼ਡ ਲਾਈਟ। ਇੱਕੋ ਡਾਇਰੈਕਸ਼ਨ ਦੇ ਵਿੱਚ ਸਾਡੇ ਕੋਲ ਆਰਡੀਨਰੀ ਲਾਈਟ ਨੂੰ ਕਰ ਦਿੰਦੀ ਹੈ। ਦੈਟ ਇਜ਼ ਕਾਲਡ ਇਨ ਵਨ ਪਲੇਨ। ਸੋ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਪਲੇਨ ਪੋਲਰਾਈਜ਼ਡ ਲਾਈਟ। ਸੋ ਇਹ ਪਲੇਨ ਪੋਲਰਾਈਜ਼ਡ ਲਾਈਟ ਦੇ ਗਾਹਾਂ ਸਾਡੇ ਕੋਲੇ ਅਸੀਂ ਪੋਲਰਾਈਜ਼ਰ ਦੀ ਹੈਲਪ ਦੇ ਨਾਲ ਕੋਈ ਵੀ ਸੋਲਿਊਸ਼ਨ ਇਸ ਪੋਲਰਾਈਜ਼ਰ ਦੇ ਵਿੱਚ ਪਾਉਣੇ ਆ। ਇਹ ਸਿੰਪਲ ਟਿਊਬ ਹੈ, 1 ਸੈਂਟੀਮੀਟਰ ਸਾਡੇ ਕੋਲ ਜਿਹੜੀ ਹੈਗੀ 1 ਡੈਸੀਮੀਟਰ ਸਾਡੇ ਕੋਲ ਟਿਊਬ ਹੈ। ਇਹਦੇ ਵਿੱਚ ਅਸੀਂ ਜਿਹੜਾ ਸੋਲਿਊਸ਼ਨ ਪਾਉਂਦੇ ਹਾਂ ਉਹਦੇ ਵਿੱਚ ਦੀ ਜਦੋਂ ਅਸੀਂ ਓਪੋਜ਼ਿਟ ਸਾਈਡ ਦੇ ਵਿੱਚ ਦੀ ਥਰੂ ਐਨਾਲਾਈਜ਼ਰ ਦੇ ਦੇਖਦੇ ਹਾਂ ਤਾਂ ਜੇ ਸਬਸਟੈਂਸ ਕੀ ਪਲੇਨ ਪੋਲਰਾਈਜ਼ਡ ਲਾਈਟ ਨੂੰ ਰੋਟੇਟ ਕਰਦਾ ਜਾਂ ਨਹੀਂ ਰੋਟੇਟ ਕਰਦਾ, ਉਹਦੇ ਬੇਸਿਸ ਤੇ ਅਸੀਂ ਡਿਸਾਈਡ ਕਰਦੇ ਕਿ ਉਹ ਸਬਸਟੈਂਸ ਆਪਟੀਕਲੀ ਐਕਟਿਵ ਹੈ ਜਾਂ ਨਹੀਂ ਹੈ। ਇਫ ਸਬਸਟੈਂਸ ਡਜ਼ ਨੋਟ ਰੋਟੇਟ ਪਲੇਨ ਪੋਲਰਾਈਜ਼ਡ ਲਾਈਟ ਕਾਲਡ ਆਪਟੀਕਲੀ ਇਨਐਕਟਿਵ ਸਬਸਟੈਂਸ। ਜੇ ਸਾਡੇ ਕੋਲ ਸੈਂਪਲ ਇਸ ਪਲੇਨ ਪੋਲਰਾਈਜ਼ਡ ਲਾਈਟ ਨੂੰ ਰੋਟੇਟ ਨਹੀਂ ਕਰਦਾ, ਇਸੇ ਪਲੇਨ 'ਚ ਹੀ ਰੱਖਦਾ ਹੈ, ਦੈਟ ਇਜ਼ ਕਾਲਡ ਆਪਟੀਕਲੀ ਇਨਐਕਟਿਵ ਸਬਸਟੈਂਸ। ਤੇ ਜੇ ਸਾਡੇ ਕੋਲ ਰੋਟੇਟ ਕਰ ਰਿਹਾ ਫਿਰ ਕੀ ਆਪਟੀਕਲੀ ਐਕਟਿਵ ਸਬਸਟੈਂਸ। If substance rotate plane polarized light in any direction, that is called optically active. If does not rotate, that is called optically inactive substance. ਇਹ ਸਾਡੇ ਕੋਲ ਪੋਲਰਾਈਜ਼ਰ ਹੈ, ਇਹ ਐਨਾਲਾਈਜ਼ਰ ਹੈ, ਇਹਦੇ ਥਰੂ ਅਸੀਂ ਦੇਖਦੇ ਹਾਂ ਇਸ ਪਾਸੇ ਵੱਲ ਦੀ। ਸੋ ਆਫਟਰ ਰੋਟੇਸ਼ਨ ਇੱਕ ਪਰਟੀਕੂਲਰ ਐਂਗਲ ਤੇ ਸਾਡੇ ਕੋਲ ਜਿਹੜੀ ਹੈ ਰੋਟੇਸ਼ਨ ਹੁੰਦੀ ਹੈ ਜਦੋਂ ਅਸੀਂ ਇਹਨੂੰ ਕਿਸੇ ਵੀ ਸੈਂਪਲ ਦੇ ਥਰੂ ਪਲੇਨ ਪੋਲਰਾਈਜ਼ਡ ਨੂੰ ਵਿਊ ਕਰਦੇ ਹਾਂ। ਕਲੀਅਰ? ਸੋ if the plane polarized light rotate right ਨੂੰ rotate ਕਰਦਾ, it is called dextrorotatory, which is represented by D or positive sign. If it rotate left hand side, it is called levorotatory or negative sign. So if the both isomers which have dextrorotatory as well as levorotatory, that is called optically isomerism, ਜਿਹਦੇ ਚ ਦੋਨੋਂ ਸਾਡੇ ਕੋਲੇ equal amount ਦੇ ਵਿੱਚ present ਹੋਣ, dextrorotatory ਵੀ ਤੇ levorotatory ਵੀ। So isomers of compound that are called optical isomers, and this phenomena is called optical isomerism. Next, specific rotation. ਇਹ ਸਾਡੇ ਕੋਈ important definition ਹੈ। So what is specific rotation? The number of degrees of rotation observed when 1 gram of sample in a 1 milliliter of solution in a tube with path length 1 decimeter using a D ਵੇਵਲੈਂਥ ਲਾਈਟ ਐਟ ਅ ਸਪੈਸੀਫਾਈਡ ਟੈਂਪਰੇਚਰ। ਕਿੰਨੇ ਡਿਗਰੀ ਸਾਡੇ ਕੋਲੇ ਜਿਹੜੀ ਪਲੇਨ ਪੋਲਰਾਈਜ਼ਡ ਲਾਈਟ ਨੂੰ ਰੋਟੇਟ ਕਰਦਾ ਜਦੋਂ ਅਸੀਂ 1 ਗ੍ਰਾਮ ਸੈਂਪਲ ਦਾ 1 ਮਿਲੀਲੀਟਰ ਸੋਲਿਊਸ਼ਨ ਬਣਾਇਆ ਤੇ 1 ਡੈਸੀਮੀਟਰ ਲੈਂਥ ਟਿਊਬ ਦੇ ਵਿੱਚ ਜਦੋਂ ਉਹਨੂੰ ਇੱਥੇ ਫਿਲ ਕੀਤਾ ਇਸ ਜਗ੍ਹਾ, ਤਾਂ ਕਿੰਨੇ ਡਿਗਰੀ ਉਹ ਸਾਡੇ ਕੋਲ ਰੋਟੇਟ ਕਰ ਰਿਹਾ ਜਦੋਂ ਅਸੀਂ ਇੱਕ ਪਰਟੀਕੂਲਰ ਵੇਵਲੈਂਥ ਦੀ ਲਾਈਟ ਆ ਜਿਹੜੀ ਇੱਕ ਸਪੈਸੀਫਿਕ ਟੈਂਪਰੇਚਰ ਤੇ ਯੂਜ਼ ਕੀਤੀ, ਤਾਂ ਸਾਡੇ ਕੋਲ ਜਿੰਨੇ ਡਿਗਰੀ ਤੇ ਉਹ ਰੋਟੇਟ ਕਰੇ ਉਹਨੂੰ ਕੀ ਕਹਾਂਗੇ? ਸਪੈਸੀਫਿਕ ਰੋਟੇਸ਼ਨ ਆਫ ਦੈਟ ਸਬਸਟੈਂਸ। ਤਾਂ ਅਲੱਗ-ਅਲੱਗ ਟੈਂਪਰੇਚਰ ਤੇ ਜਿਹੜੀ ਸਪੈਸੀਫਿਕ ਰੋਟੇਸ਼ਨ ਆ ਉਹ ਕੀ ਹੋਊਗੀ? ਡਿਫਰੈਂਟ ਹੋਊਗੀ। ਨੈਕਸਟ ਵੀ ਡਿਸਕਸ molecular asymmetry or chirality of objects or molecules. So ਸਭ ਤੋਂ ਪਹਿਲਾਂ chiral, an object or a molecule which is not superimposable on its mirror image. ਜਿਵੇਂ P ਆ, ਉਹਨੂੰ ਅਸੀਂ ਸ਼ੀਸ਼ੇ ਦੇ ਵਿੱਚ ਦੀ ਦੇਖਦੇ ਹਾਂ ਉਲਟੀ ਦਿਖਦੀ ਹੈ। ਇਹ P ਨੂੰ ਚੱਕ ਕੇ ਜੇ ਮੈਂ ਇਸ P ਤੇ ਰੱਖੂੰਗਾ, is it superimposable? No, it means it is a chiral. ਤੇ ਜੇ ਸਾਡੇ ਕੋਲ A ਦੀ ਮਿਰਰ ਇਮੇਜ ਦੇਖਾਂਗੇ ਉਹ A ਟਾਈਪ ਦੀ ਬਣੂਗੀ, A ਨੂੰ A ਦੇ ਉੱਪਰ ਰੱਖਾਂਗੇ ਉਹ ਸੁਪਰ ਇੰਪੋਜ਼ ਹੋਊਗੀ, ਦੈਟ ਇਜ਼ ਕਾਲਡ A chiral, ਦੈਟ ਇਜ਼ ਕਾਲਡ A chiral। ਇਹ ਸਾਡੇ ਕੋਲ ਇੱਕ ਤਰ੍ਹਾਂ ਦੀ ਸਿਮੈਟਰੀ ਹੈ। ਸੋ ਦੀ molecules which are not superimposable on their mirror image are called chiral molecules, and this property is called chirality. ਸੋ ਅਸੀਂ ਹੁਣ ਮੋਲੀਕਿਊਲਸ ਦੇ ਵਿੱਚ ਕਿਵੇਂ ਲੱਭਾਂਗੇ ਵੀ ਉਹ chiral ਹੈ ਜਾਂ A chiral ਹੈ? ਸੋ ਦੀ ਕਾਰਬਨ ਐਟਮ ਵਿਚ ਇਜ਼ ਬੌਂਡਡ ਟੂ 4 ਡਿਫਰੈਂਟ ਐਟਮਸ ਔਰ ਗਰੁੱਪ ਆਫ ਐਟਮਸ। ਉਹ ਕਾਰਬਨ ਜਿਹਨੂੰ ਚਾਰੋਂ ਗਰੁੱਪ ਜਿਹੜੇ ਹੈਗੇ ਆ
ਉਹ ਸਾਡੇ ਕੋਲ ਅਲੱਗ ਲੱਗੇ ਹੋਣ ਡਿਫਰੈਂਟ ਲੱਗੇ ਹੋਣ A B C D ਸਾਡੇ ਕੋਲ ਕਾਰਬਨ ਨੂੰ ਡਿਫਰੈਂਟ 4 ਗਰੁੱਪਸ ਲੱਗੇ ਨੇ, ਉਹ ਕਾਰਲ ਕਾਰਬਨ ਜਾਂ ਅਸਿਮੈਟ੍ਰਿਕ ਕਾਰਬਨ ਹੋਊਗੀ। ਜੇ 2 ਗਰੁੱਪ ਸੇਮ ਲੱਗੇ ਆ ਕਾਰਬਨ ਨੂੰ ਸੈਂਟਰਲ ਨੂੰ ਤਾਂ ਉਹ ਕੀ ਹੋਊਗੀ, A ਕਾਰਲ ਹੋਊਗੀ। ਅੱਗੇ ਸਾਡੇ ਕੋਲ ਛੋਟਾ ਜਿਹਾ ਪੁਆਇੰਟ ਹੈ ਐਨੈਂਸ਼ੋਮਰਸ। ਸਾਡੇ ਕੋਲ ਅਸੀਂ ਕਾਰਲਟੀ ਦੀ ਪ੍ਰੋਪਰਟੀ ਕਰ ਲਈ। ਉਸ ਤੋਂ ਅੱਗੇ ਸਾਡੇ ਕੋਲੇ ਰਜੇ ਜਿਹੜੇ ਹੈਗੇ ਆ ਉਹ ਦੀਜ਼ ਨੋਨ ਸੁਪਰਇੰਪੋਜ਼ੇਬਲ ਮਿਰਰ ਇਮੇਜ, ਜਿਵੇਂ ਆ ਸਾਡੇ ਕੋਲੇ ਮੋਲੀਕਿਊਲ ਹੈ ਬਿਊਟੇਨ 2ol ਦਾ। ਬਿਊਟੇਨ 2ol ਦਾ ਜਦੋਂ ਮਿਰਰ ਇਮੇਜ ਦੇਖਿਆ ਇਹ ਸਾਡੇ ਕੋਲ ਇੱਧਰਲੀ ਸਾਈਡ ਹੈ, ਇੱਧਰ ਇਹਨੂੰ ਚੱਕ ਕੇ ਮੈਂ ਜੇ ਇਹਦੇ ਉੱਪਰ ਰੱਖਿਆ ਨੋਨ ਸੁਪਰਇੰਪੋਜ਼ੇਬਲ ਹੈ। ਇਹ ਜਿਹੜੇ ਆਈਸੋਮਰਸ ਨੇ ਨੋਨ ਸੁਪਰਇੰਪੋਜ਼ੇਬਲ ਮਿਰਰ ਇਮੇਜ they are called enantiomers. So enantiomers not only mirror image नहीं होनी चाहिए, they are also non superimposable, मतलब कि ऊपर ਜਦੋਂ ਉਹਨੂੰ ਰੱਖੀਏ ਤਾਂ ਸੁਪਰਇੰਪੋਜ਼ ਨਾ ਹੋਣ। ਅੱਗੇ ਹੈ ਸਾਡੇ ਕੋਲ ਰੇਸਮਿਕ ਮਿਕਸਚਰ ਐਂਡ ਇਕੋਮੋਲਰ ਮਿਕਸਚਰ ਆਫ enantiomers, ਜਿਹਦੇ ਚ ਡੈਕਸਟਰੋ ਤੇ ਲੀਵੋ ਰੋਟੇਟਰੀ ਦੋਨੋਂ ਹੋਣ, ਉਹਨੂੰ ਅਸੀਂ ਰੇਸਮਿਕ ਮਿਕਸਚਰ ਬੋਲਦੇ ਹਾਂ। ਸੋ ਇਹ ਜਿਹੜਾ ਪ੍ਰੋਸੈਸ ਆ ਡੈਕਸਟਰੋ ਤੋਂ ਲੀਵੋ ਫਾਰਮ ਨੂੰ ਆਪਟੀਕਲੀ ਐਕਟਿਵ ਕੰਪਾਊਂਡ ਨੂੰ ਰੇਸਮਿਕ ਮਿਕਸਚਰ ਫਾਰਮ 'ਚ ਚੇਂਜ ਕਰਦਾ, ਉਹਨੂੰ रेशमाइजेशन बोलते हैं। क्लियर? सो दीज आर दी सम इम्पॉर्टेंट टॉपिक्स रिलेटेड टू स्टीरोकेमिस्ट्री। उस तो अगे वी यूज देयर आर 2 वर्ड्स इन SN1 एंड SN2 मैकेनिज्म, रिटेंशन एंड इनवर्जन ऑफ कन्फिगरेशन। आ साडे को कार्बन है, ये साडे को फंक्शनल ग्रुप है हैलोजन, जिन्हों आपां सपोज कर लीए वाई साडे को न्यूक्लियोफाइल है, ने इस कार्बन ते अटैक किया, जे इत्थों ही एक्स डी अटैच हो रहा तो उत्थे वाई लग रही है तो रिटेंशन ऑफ कन्फिगरेशन है, मतलब कि बाकी बॉन्ड उस पोजीशन ते ही है साडे को, वो साडे को चेंज नहीं हुई, उन्होंने असी रिटेंशन ऑफ कन्फिगरेशन कह देंगे हैं। इनवर्जन ऑफ कन्फिगरेशन का मतलब एक्स इत्थे लगी है तो वाई अटैक करे, बैक साइड अटैक करे तो कन्फिगरेशन चेंज हो जानी है, जिवें अंब्रेला वाली एग्जाम्पल मैं दी सी। सो ये साडे को इनवर्जन ऑफ कन्फिगरेशन है, इस डायरेक्शन च वाई इधर लग गई, साडे को बी इधर चली गई, सी इस साइड आ गई। सो ये रिटेंशन ऑफ इनवर्जन ऑफ कन्फिगरेशन है। सो साडे को रिटेंशन ਜਿਹੜੀ ਹੈਗੀ ਆ ਉਹ ਹਮੇਸ਼ਾ SN1 ਚ ਹੋਊਗੀ, ਇਨਵਰਜਨ ਸਾਡੇ ਕੋਲ SN2 ਚ ਹੋਊਗੀ, ਤੇ ਦੋਨੋਂ ਚੀਜ਼ਾਂ ਰਿਟੈਂਸ਼ਨ ਤੇ ਇਨਵਰਜਨ ਆ ਜਿਹੜੀਆਂ ਉਹ SN1 ਦੇ ਵਿੱਚ ਵੀ ਪੋਸੀਬਲ ਆ, ਕਿਉਂਕਿ SN1 ਦੇ ਵਿੱਚ ਦੋਨੋਂ ਸਾਈਡ ਜਿਹੜਾ ਅਟੈਕ ਆ ਉਹ ਫੇਵਰੇਬਲ ਆ। ਕਲੀਅਰ? ਨੈਕਸਟ ਪ੍ਰੋਪਰਟੀ ਆਫ ਕੈਮੀਕਲ ਪ੍ਰੋਪਰਟੀ we discuss elimination reaction. Elimination ਦਾ ਮਤਲਬ ਕੋਈ ਚੀਜ਼ ਬਾਹਰ ਕੱਢਣੀ, it is also called dehydrohalogenation। ਮੈਂ ਇੱਥੇ ਇੱਕ ਐਗਜ਼ਾਮਪਲ ਲੈ ਰਿਹਾ ਮੈਂ ਬ੍ਰੋਮੋਇਥੇਨ ਦੀ। ਸੋ ਉਹ ਕਾਰਬਨ ਜਿਹਨੂੰ ਫੰਕਸ਼ਨਲ ਗਰੁੱਪ ਲੱਗਿਆ ਹੋਵੇ ਦੈਟ ਇਜ਼ ਕਾਲਡ ਅਲਫਾ, ਉਹ ਤੋਂ ਇੱਧਰਲੀ ਕਾਰਬਨ ਨੂੰ ਜਿਹੜਾ ਲੱਗੀ ਹੋਵੇ ਉਹ ਬੀਟਾ ਹੁੰਦੀ ਹੈ, ਜੇ ਇੱਧਰ ਲੱਗੀ ਹੈ ਤਾਂ ਉਹ ਵੀ ਬੀਟਾ ਹੋਊਗੀ। ਵੈਨ ਵੀ ਰਿਐਕਟ ਬ੍ਰੋਮੋਮੀਥੇਨ ਵਿਦ ਅਲਕੋਲਿਕ KOH, ਸੋ ਅਲਕੋਲਿਕ KOH ਨਾ ਅਪੋਨ ਹੀਟਿੰਗ ਇਟ ਵਿਲ ਗਿਵ ਅਲਕੀਨ। ਇਹ ਸਾਡੇ ਕੋਲ ਇਥੀਨ ਮੋਲੀਕੂਲ ਜਿਹੜਾ ਪ੍ਰੋਡਿਊਸ ਕਰਦੀ ਹੈ ਅਲੋਂਗ ਵਿਦ ਪੋਟਾਸ਼ੀਅਮ ਬਰਮਾਈਡ ਐਂਡ ਵਾਟਰ। ਇੱਥੇ ਤੁਹਾਡੇ ਕੋਲ ਆ H ਰਿਲੀਜ਼ ਹੋਈ ਹੈ, ਇੱਥੋਂ HBr ਜਿਹੜੀ ਹੈਗੀ ਰਿਲੀਜ਼ ਹੋਈ ਹੈ, ਬੀਟਾ ਐਲੀਮੀਨੇਸ਼ਨ ਕਹਿੰਦੇ ਆ, ਕਿਉਂਕਿ ਬੀਟਾ ਕਾਰਬਨ ਤੋਂ ਹਾਈਡਰੋਜਨ ਐਲੀਮੀਨੇਟ ਹੋਈ ਹੈ। ਸੋ ਇਹਨੂੰ ਅਸੀਂ ਡੀਹਾਈਡਰੋਹੈਲੋਜੀਨੇਸ਼ਨ ਵੀ ਕਹਿੰਦੇ ਆ। ਡੀਹਾਈਡਰੋ ਮੀਨਸ ਹਾਈਡਰੋਜਨ ਵੀ ਨਿਕਲ ਰਹੀ ਹੈ ਨਾਲ ਦੀ ਨਾਲ ਹੈਲੋਜਨ ਵੀ, ਸੋ ਦੈਟਸ ਵਾਈ ਇਟ ਇਜ਼ ਕਾਲਡ ਡੀਹਾਈਡਰੋਹੈਲੋਜੀਨੇਸ਼ਨ। ਇਹ ਤਾਂ ਸਾਡੇ ਕੋਲ ਸਿਮੈਟ੍ਰੀਕਲ ਮੋਲੀਕਿਊਲ ਹੈ ਜੇ ਇੱਕੋ ਹੀ ਸਾਡੇ ਕੋਲ ਬੀਟਾ ਹਾਈਡਰੋਜਨ ਪ੍ਰੈਜ਼ੈਂਟ ਹੈ। ਇਫ ਦੇਰ ਆਰ ਇੱਥੇ H ਦੀ ਜਗ੍ਹਾ CH3 ਲੱਗਿਆ ਹੋਵੇ ਤਾਂ ਸਾਡੇ ਕੋਲ ਇੱਧਰਲੀ H ਵੀ ਤਾਂ ਬੀਟਾ ਹੀ ਹੋਊਗੀ, ਇੱਧਰਲੀ ਕਾਰਬਨ ਹੈ ਉਹਦੇ ਤੇ ਬੀਟਾ ਹਾਈਡਰੋਜਨ ਹੋਊਗੀ। ਸੋ ਉਸ ਕੇਸ ਦੇ ਵਿੱਚ ਅਸੀਂ ਕੀ ਕਰਾਂਗੇ, ਇੱਥੇ ਸਾਡੇ ਕੋਲ ਆ ਬੇਸ ਆ ਜਿਹੜਾ ਉਹ ਅਟੈਕ ਕਰ ਰਿਹਾ ਕਾਰਬਨ ਦੇ ਉੱਤੇ ਤੇ BH ਹਾਈਡਰੋਜਨ ਨੂੰ ਅਬਸਟ੍ਰੈਕਟ ਕਰਕੇ ਲੈ ਕੇ ਜਾ ਰਿਹਾ। ਕਲੀਅਰ? ਇਸ ਢੰਗ ਦੇ ਨਾਲ ਸਾਡੇ ਕੋਲ ਮੈਕੈਨਿਜ਼ਮ ਅੱਗੇ ਪ੍ਰੋਸੀਡ ਕਰਦਾ ਵਾ। ਸੋ ਸਾਡੇ ਕੋਲ ਜੇ ਦੋਨੋਂ ਪਾਸੇ ਬੀਟਾ ਹਾਈਡਰੋਜਨਸ ਪ੍ਰੈਜ਼ੈਂਟ ਨੇ, ਸੈਂਟਰ 'ਚ ਫੰਕਸ਼ਨਲ ਗਰੁੱਪ ਲੱਗਿਆ ਹੋਇਆ, ਦੈਨ ਵੀ ਅਪਲਾਈ ਸਟੇਜ਼ਅਪ ਰੂਲ। Stazef rule will apply if there are 2 beta hydrogen, the alkene formed which is more alkylated। ਉਹ alkene form ਹੋਊਗੀ ਮੈਕਸਿਮਮ ਮੇਜਰ ਪ੍ਰੋਡਕਟ ਜਿਹੜੀ ਸਾਡੇ ਕੋਲ ਡਬਲ ਬੌਂਡ ਦੇ ਕੋਰਸਪੋਂਡਿੰਗ ਮੈਕਸਿਮਮ ਅਲਕਾਈਲ ਗਰੁੱਪ ਲੱਗੇ ਹੋਣਗੇ। ਜਿਵੇਂ ਇੱਥੇ ਅਲਫਾ ਇਹ ਬੀਟਾ ਹੋਗੀ, ਇਹ ਬੀਟਾ ਹੋਗੀ। ਸੋ 2 ਪੋਸੀਬਿਲਿਟੀਜ਼ ਨੇ, ਜੇ ਇੱਥੋਂ ਹਾਈਡਰੋਜਨ ਜਾ ਰਹੀ ਹੈ ਤਾਂ ਆਹ ਪ੍ਰੋਡਕਟ ਬਣੂਗੀ, ਤੇ ਜੇ ਸਾਡੇ ਕੋਲ ਇੱਧਰਲੀ ਹਾਈਡਰੋਜਨ ਜਾ ਰਹੀ ਹੈ ਤਾਂ ਇਹ ਪ੍ਰੋਡਕਟ। ਹੁਣ ਇਹਨਾਂ ਦੋਨੋਂ ਕਾਰਬਨਸ ਡਬਲ ਬੌਂਡ ਦੇ ਆਲੇ ਦੁਆਲੇ ਅਲਕਾਈਲ ਗਰੁੱਪ ਹੈ। ਸੋ ਅਕੋਰਡਿੰਗ ਟੂ ਸਟੇਜ਼ਫ ਰੂਲ ਉਹ ਅਲਕੀਨ ਜ਼ਿਆਦਾ ਸਟੇਬਲ ਹੈ ਜਿਹੜੀ ਜ਼ਿਆਦਾ ਅਲਕਾਈਲੇਟਡ ਹੈ। ਜਿਹੜੇ ਡਬਲ ਬੌਂਡ ਵਾਲੀਆਂ ਕਾਰਬਨਾਂ ਨੂੰ ਜ਼ਿਆਦਾ ਅਲਕਾਈਲ ਗਰੁੱਪ ਲੱਗੇ ਨੇ, ਇੱਧਰ ਵੀ ਇੱਕ ਇੱਧਰ ਵੀ, ਜਦ ਕਿ ਇੱਧਰ ਇੱਕੋ ਲੱਗਿਆ ਹੋਇਆ, ਇੱਧਰ ਕੋਈ ਵੀ ਨਹੀਂ ਲੱਗਿਆ ਹੋਇਆ। ਸੋ ਇਹ 20% ਬਣੂਗੀ, ਇਹ 80%। ਸੋ ਜੇ ਗੱਲ ਕਰੀਏ ਅਲਕੀਨ ਦੀ ਕਿਹੜੀ ਜ਼ਿਆਦਾ ਸਟੇਬਲ ਹੋਊਗੀ, ਜਿਹਦੇ ਸਾਰੇ ਪਾਸੇ ਅਲਕਾਈਲ ਗਰੁੱਪ ਮੈਕਸਿਮਮ ਲੱਗੇ ਹੋਣਗੇ। ਉਸ ਤੋਂ ਘੱਟ ਜੇ ਇੱਕ ਪਾਸੇ ਹਾਈਡਰੋਜਨ ਲੱਗੀ ਹੈ, 2 ਪਾਸੇ ਲੱਗੀ ਹੈ, 3 ਪਾਸੇ ਲੱਗੀ ਹੈ। ਸੋ ਮੋਰ ਦੀ ਸਟੇਬਲ ਅਲਕੀਨ ਦੀ ਫਾਸਟਰ ਇਟ ਇਜ਼ ਫਾਰਮ। ਜਿੰਨੀ ਸਟੇਬਲ ਅਲਕੀਨ ਹੋਊਗੀ ਉਹ ਈਜ਼ੀਲੀ ਫਾਰਮ ਹੋਊਗੀ। ਤੇ ਹੈਲੋ ਅਲਕੇਨਸ ਦੀ ਰਿਐਕਟਿਵਿਟੀ ਸਭ ਤੋਂ ਜ਼ਿਆਦਾ ਟਰਸ਼ਰੀ ਹੈਲੋ ਅਲਕੇਨ ਰਿਐਕਟ ਹੋਊਗਾ ਅਲਕੀਨ ਫਾਰਮੇਸ਼ਨ 'ਚ, ਕਿਉਂਕਿ ਟਰਸ਼ਰੀ ਦਾ ਕਾਰਬੋਕੇਟਾਈਨ ਈਜ਼ੀਲੀ
ਸਾਡੇ ਕੋਲ ਫਾਰਮ ਹੁੰਦਾ ਤੇ ਸਟੇਬਲ ਹੁੰਦਾ, ਕਿਉਂਕਿ ਟਰਸ਼ਰੀ ਹੈਲੋਅਲਕੇਨ ਦਾ ਬੌਂਡ ਹੈ ਜਿਹੜਾ ਈਜ਼ੀਲੀ ਡਿਸੋਸ਼ੀਏਟ ਹੁੰਦਾ, ਜਿਹਦੇ ਤੋਂ ਈਜ਼ੀਲੀ ਜਿਹੜਾ ਹੈਲੋਜਨ ਐਸਿਡ ਉਹ ਰਿਮੂਵ ਹੁੰਦਾ, ਡੀਹਾਈਡਰੋਹੈਲੋਜੀਨੇਸ਼ਨ ਈਜ਼ੀਲੀ ਹੁੰਦੀ ਹੈ। ਉਸ ਤੋਂ ਘੱਟ ਸੈਕੰਡਰੀ, ਉਸ ਤੋਂ ਘੱਟ ਪ੍ਰਾਇਮਰੀ। ਅਲਕੋਲਿਕ KOH ਦੀ ਪ੍ਰੈਜ਼ੈਂਸ 'ਚ ਅਸੀਂ ਐਲੀਮੀਨੇਸ਼ਨ ਕਰ ਸਕਦੇ ਹਾਂ। ਐਕੁਆ ਸੋਲਿਊਸ਼ਨ ਦੇ ਵਿੱਚ ਸਿਰਫ ਸਬਸਟੀਟਿਊਸ਼ਨ ਹੋਊਗੀ। ਰਿਮੈਂਬਰ ਦਿਸ ਕਿ ਅਸੀਂ ਅਲਕੋਲਿਕ KOH ਹੀ ਯੂਜ਼ ਕਰਨਾ ਹੈ ਇੱਥੇ। ਕਲੀਅਰ? Next we discuss reaction with active metals. So first we react magnesium with alkyl halide. So this reaction occur in dry medium. ਹਰੇਕ ਚੀਜ਼ ਸਾਡੇ ਕੋਲ ਟੋਟਲੀ ਡਰਾਈ ਹੋਣੀ ਚਾਹੀਦੀ ਹੈ, ਕਿਤੇ ਵੀ ਮੋਇਸਚਰ ਜਾਂ ਹਿਊਮਿਡਿਟੀ ਪ੍ਰੈਜ਼ੈਂਟ ਨਹੀਂ ਹੋਣੀ ਚਾਹੀਦੀ, ਅਦਰਵਾਈਜ਼ ਇਹ ਵਿਗਰਸਲੀ ਸਾਡੇ ਕੋਲ ਰਿਐਕਟ ਕਰਦਾ। ਸੋ ਇਸ ਕਰਕੇ ਇਹਨੂੰ ਟੋਟਲੀ ਡਰਾਈ ਕੰਡੀਸ਼ਨਸ ਦੇ ਵਿੱਚ ਅਸੀਂ ਰਿਐਕਟ ਕਰਾਉਣਾ। So when we react alkyl halide with magnesium in the presence of dry ether, it form a Gignard reagent. It is very useful reagent for the preparation of number of compounds. So lower member to higher member ਕਿਸੇ ਵੀ functional group ਦਾ ਅਸੀਂ form ਕਰ ਸਕਦੇ ਹਾਂ। So they are prepared and used in the absence of air. So ਇਹ ਸਾਡੇ ਕੋਲ prepare ਵੀ ਤੇ use ਵੀ in the absence of air ਕੀਤਾ ਜਾਂਦਾ, ਉਹ ਵੀ under an inert atmosphere. Clear? Next we react alkyl halide with sodium metal. When we react two alkyl halide molecule with two sodium metal ion atoms in the presence of dry ether, ਇੱਥੋਂ ਸਾਡੇ ਕੋਲ ਦੋਨੋਂ ਹਲਾਈਡਸ, ਦੋਨੋਂ ਸੋਡੀਅਮ ਐਟਮਸ ਨਾਲ ਨਿਕਲ ਗਏ, ਸਾਲਟ ਬਣ ਗਿਆ ਤੇ ਸਾਡੇ ਕੋਲ ਅਲਕੇਨ ਬਣ ਗਈ। ਆਰ ਦੀ ਜਗ੍ਹਾ ਕੋਈ ਵੀ ਅਲਕਾਈਲ ਗਰੁੱਪ ਹੋ ਸਕਦਾ। ਦਿਸ ਰਿਐਕਸ਼ਨ ਇਜ਼ ਕੋਲਡ ਵਰਟਸ ਰਿਐਕਸ਼ਨ। So two molecules of alkyl halide may be same or different, react with the metal sodium in the presence of ether to form alkanes. This reaction we already done in 11th class. Then reaction with other active metals, ਹੋਰ ਕਿਹੜੀਆਂ metals ਨੇ? If we react bromoethane with lithium, we obtain alkyl lithium or ethyl lithium. If we react 4 molecule of ethane in the presence of sodium lead metal or sodium lead alloy, we get tetraethyl lead, which is used as an anti-knocking agent in gasoline, which is used for running automobile. Anti-knocking agent ਦੇ ਤੌਰ ਤੇ यूज़ ਕੀਤਾ ਜਾਂਦਾ। ਉਸ ਤੋਂ ਅੱਗੇ ਜੇ ਹੋਰ ਜੇ ਅਸੀਂ ਕਾਪਰ ਤੇ ਲੀਥੀਅਮ ਨੂੰ ਰਿਐਕਟ ਕਰਾਉਣੇ ਅਲਕਾਈਲ ਹੈਲਾਈਡ ਨਾਲ, ਤਾਂ ਸਾਡੇ ਕੋਲ ਇੱਕ ਰੀਏਜੈਂਟ ਤਿਆਰ ਹੁੰਦਾ ਅਲਕਾਈਲ ਕਾਪਰ ਲੀਥੀਅਮ, which is called Gilman reagent. Next type of chemical property, that is reduction. When we reduce bromoethane in the presence of nickel or palladium, it will give ethane at 5 Kelvin. Also again, when we react bromoethane in the presence of zinc copper couple in alcohol solvent, we people also obtain alkane. If we react iodoethane in the presence of HI, it acts as a strong reducing agent in the presence of red phosphorus. Always we use catalyst red phosphorus, we obtain alkane. These all reductions we proceed in 11th class. So we also proceed reduction in the presence of zinc HCl, tin HCl, lithium aluminium hydride or sodium fluoride. Last chemical property of haloalkane, that is rearrangement. When we react 1 chloropropane in the presence of aluminium chloride at 573 Kelvin, it will give 2 chloropropane. How can you convert 1 chloropropane to 2 chloropropane? When we react in the presence of aluminium chloride, which act as a Lewis acid. So ਇਸ ਵੇ ਦੇ ਨਾਲ ਸਾਡੇ ਕੋਲ ਰੀਅਰੇਂਜਮੈਂਟ ਹੁੰਦੀ ਹੈ। ਸੋ ਇਸ ਪ੍ਰੋਸੈਸ ਨੂੰ ਅਸੀਂ ਆਈਸੋਮਰਿਜ਼ਮ ਕਹਿੰਦੇ ਹਾਂ। So if there is no hydrogen atom on carbon atom adjacent to CX group, ਜੇ ਸਾਡੇ ਕੋਲ ਉਸ ਕਾਰਬਨ ਐਟਮ ਜਿਹਨੂੰ ਹੈਲੋਜਨ ਗਰੁੱਪ ਲੱਗਿਆ ਹੋਇਆ ਇਹਦੇ ਨਾਲ ਹਾਈਡਰੋਜਨ ਨਹੀਂ ਹੈ, ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਕੀ ਹੋਊਗਾ, ਇੱਥੋਂ ਜਿਹੜੀ ਕਲੋਰਾਈਡ ਹੈ ਉਹ ਅਲਕਾਈਲ ਗਰੁੱਪ ਦੀ ਜਗ੍ਹਾ ਆ ਜਾਊਗੀ। ਅਲਕਾਈਲ ਗਰੁੱਪ ਕਿੱਥੇ ਚਲੇ ਜਾਊਗਾ, ਕਲੋਰਾਈਡ ਦੀ ਜਗ੍ਹਾ, ਜਾਨੀ ਮਿਥਾਈਲ ਗਰੁੱਪ ਜਿਹੜਾ ਉਹ ਮਾਈਗ੍ਰੇਟ ਹੋਊਗਾ। ਸੋ ਇੱਥੇ ਸਾਡੇ ਕੋਲ 1 chloro 2 ਡਾਈਮਿਥਾਈਲ ਪ੍ਰੋਪੇਨ ਆ। ਜਦੋਂ ਇਹਦੇ ਨਾਲ ਰਿਐਕਟ ਕਰਾਇਆ ਤਾਂ 2 chloro 2 ਮਿਥਾਈਲ ਬਿਊਟੇਨ ਬਣ ਗਈ, ਇੱਕ ਕਾਰਬਨ ਦੀ ਚੇਨ ਜ਼ਿਆਦਾ ਬਣ ਗਈ। ਇੱਥੇ 3 ਕਾਰਬਨ ਸੀ, ਇੱਧਰ ਸਾਡੇ ਕੋਲ 4 ਕਾਰਬਨਸ ਨੇ। ਸੋ these reaction comes under convergence. So these are the chemical properties of haloalkanes. If you guys have any doubt up to this topic, you can call me or through message you clarify your doubt. Thank you.